ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਡੇ ਨਾਲ ਜੋ ਅੱਜ ਐਗਜ਼ਾਮ ਹੋਇਆ ਰੀਸੈਂਟਲੀ 24 ਜੂਨ ਨੂੰ ਉਹ ਸ਼ੇਅਰ ਕਰਨ ਜਾ ਰਹੀ ਹਾਂ ਕਿਸ ਤਰ੍ਹਾਂ ਦਾ ਐਗਜ਼ਾਮ ਆਇਆ। ਸੋ ਬਹੁਤ ਟਾਈਮ ਬਾਅਦ ਐਗਜ਼ਾਮ ਸਟਾਰਟ ਹੋਏ ਨੇ, ਠੀਕ ਹੈ। ਸੋ ਅੱਜ ਦਾ ਜੋ ਐਗਜ਼ਾਮ ਆਇਆ ਉਸ ਦੇ ਵਿੱਚ ਲਿਸਨਿੰਗ ਸੀ ਜੋ ਈਜ਼ੀ ਆਈ ਹੈ, ਠੀਕ ਹੈ। ਲਿਸਨਿੰਗ ਦਾ ਲੈਵਲ ਈਜ਼ੀ ਸੀ, ਸ਼ਾਰਟ MCQ ਸੀ। ਜੋ ਰੀਡਿੰਗ ਦਾ ਐਗਜ਼ਾਮ ਸੀਗਾ ਉਹ ਮੋਡਰੇਟ ਸੀਗਾ, ਈਜ਼ੀ ਟੂ ਮੋਡਰੇਟ ਸੀ, ਠੀਕ ਹੈ ਜੀ। ਰਾਈਟਿੰਗ ਟਾਸਕ 1 ਮੈਪ ਆਇਆ ਜੀ, ਠੀਕ ਹੈ। ਇਹ ਈਵਨਿੰਗ ਸਲੋਟ ਦਾ ਐਗਜ਼ਾਮ ਹੈ ਜੋ ਈਵਨਿੰਗ ਸਲੋਟ ਦੇ ਵਿੱਚ ਹੋਇਆ। ਮੈਪ ਆਇਆ ਟਾਸਕ 1 ਦੇ ਵਿੱਚ ਐਂਡ ਟਾਸਕ 2 ਦਾ ਜੋ ਟੌਪਿਕ ਆਇਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ, ਉਹ ਮੈਂ ਤੁਹਾਨੂੰ ਐਕਸਪਲੇਨ ਵੀ ਕਰੂੰਗੀ। ਸੋ ਟੌਪਿਕ ਦੀ ਜੋ ਸਟੇਟਮੈਂਟ ਆਈ ਸੀਗੀ ਉਹ ਸੀਗੀ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। 'ਤੇ ਸਟੇਟਮੈਂਟ ਹੈ ਪੋਪੂਲਰ ਹੌਬੀਜ਼ ਐਂਡ ਇੰਟਰਸਟ ਚੇਂਜ ਓਵਰ ਟਾਈਮ। ਕਹਿੰਦੇ ਜੋ ਆਪਣੀਆਂ ਹੌਬੀਜ਼ ਹੁੰਦੀਆਂ ਨੇ, ਇੰਟਰਸਟ ਹੁੰਦੀਆਂ, ਉਹ ਅਕੋਰਡਿੰਗ ਟੂ ਟਾਈਮ ਚੇਂਜ ਹੋ ਜਾਂਦੀਆਂ ਨੇ ਐਂਡ ਆਰ ਮੋਰ ਆ ਰਿਫਲੈਕਸ਼ਨ ਆਫ ਟਰੈਂਡਸ ਐਂਡ ਫੈਸ਼ਨ। ਅਤੇ ਫੈਸ਼ਨ ਦੇ ਅਕੋਰਡਿੰਗ ਵੀ ਜੋ ਇੰਟਰਸਟ ਹੁੰਦਾ ਹੈ, ਹੌਬੀਜ਼ ਹੁੰਦੀਆਂ, ਉਹ ਚੇਂਜ ਹੁੰਦੀਆਂ ਰਹਿੰਦੀਆਂ ਨੇ। ਦੈਨ ਐਨ ਇੰਡੀਕੇਸ਼ਨ ਆਫ ਵਟ ਇੰਡੀਵਿਜੂਅਲਸ ਰੀਅਲੀ ਵਾਂਟ ਟੂ ਡੂ ਇਨ ਦੇਅਰ ਸਪੇਅਰ ਟਾਈਮ। ਇਸ ਤੋਂ ਕੰਪੈਰੀਜ਼ਨ ਕੀ ਕੀਤਾ ਹੈ, ਕਹਿੰਦੇ ਦੈਨ ਕਿਸ ਨਾਲੋਂ, ਜੋ ਇੰਡੀਵਿਜੂਅਲ ਅਸਲ ਵਿੱਚ ਕਹਿੰਦੇ ਵਿਹਲੇ ਸਮੇਂ ਦੇ ਵਿੱਚ ਕਰਨਾ ਚਾਹੁੰਦੇ ਨੇ ਉਸ ਨਾਲੋਂ ਕਹਿੰਦੇ ਜਿਹੜੇ ਪ੍ਰਸਿੱਧ ਸ਼ੌਂਕ ਹੁੰਦੇ ਨੇ, ਰੁਚੀਆਂ ਹੁੰਦੀਆਂ ਨੇ, ਇੰਟਰਸਟ, ਉਹ ਸਮੇਂ ਦੇ ਨਾਲ ਬਦਲਦੀਆਂ ਰਹਿੰਦੀਆਂ ਨੇ, ਠੀਕ ਹੈ। ਜੋ ਫੈਸ਼ਨ ਦਾ ਰੁਝਾਨ ਜਿਸ ਸਾਈਡ ਹੁੰਦਾ ਉਸ ਤਰ੍ਹਾਂ ਅਕੋਰਡਿੰਗ ਟੂ ਟਾਈਮ ਕਹਿੰਦੇ ਜਿਹੜਾ ਆਪਣਾ ਇੰਟਰਸਟ ਹੈ ਉਹ ਚੇਂਜ ਹੋ ਜਾਂਦਾ ਰੈਦਰ ਦੈਨ ਕਿਸ ਨਾਲੋਂ, ਜੋ ਵਿਅਕਤੀ ਕਹਿੰਦੇ ਆਪਣੇ ਫ੍ਰੀ ਟਾਈਮ ਦੇ ਵਿੱਚ ਅਸਲ 'ਚ ਕਰਨਾ ਚਾਹੁੰਦੇ ਨੇ। ਤੁਸੀਂ ਇਸ ਸਟੇਟਮੈਂਟ ਨਾਲ ਕਿੰਨਾ ਕੁ ਕਹਿੰਦੇ ਐਗਰੀ ਹੋ, ਕਿਸ ਹੱਦ ਤੱਕ ਐਗਰੀ ਹੋ, ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਸੋ ਹੁਣ ਆਪਾਂ ਨੂੰ ਪਤਾ ਚੱਲ ਰਿਹਾ ਕਿ ਜਿਹੜਾ ਇਹ ਐਸੇ ਹੈ 70-30 ਸਾਈਡ ਜਾਊਗਾ ਕਿਉਂਕਿ ਉਹਨਾਂ ਨੇ ਪੁੱਛ ਲਿਆ ਕਿਸ ਹੱਦ ਤੱਕ ਹੋ। ਅਗਰ ਸਿਰਫ ਹੁੰਦਾ ਡੂ ਯੂ ਐਗਰੀ ਔਰ ਡਿਸਐਗਰੀ ਤਾਂ ਸਿਰਫ ਵਨ ਸਾਈਡ ਜਾਣਾ ਸੀ, ਜਾਂ ਐਗਰੀ ਜਾਂ ਡਿਸਐਗਰੀ 'ਤੇ। ਹੁਣ ਆਪਾਂ ਜੇ ਗੱਲ ਕਰੀਏ ਜੋ ਵੀ ਆਪਾਂ ਆਪਣਾ ਇੰਟਰਸਟ ਹੈ, ਠੀਕ ਹੈ, ਲੋਕਾਂ ਦਾ ਇੰਟਰਸਟ ਹੁੰਦਾ, ਠੀਕ ਹੈ, ਉਹ ਕੀ ਅਕੋਰਡਿੰਗ ਟੂ ਟਾਈਮ ਚੇਂਜ ਹੁੰਦਾ ਰਹਿੰਦਾ। ਸੋ ਆਪਾਂ ਇਸ ਨਾਲ ਐਗਰੀ ਹੀ ਹੋਵਾਂਗੇ ਕਾਫੀ ਹੱਦ ਤੱਕ, ਠੀਕ ਹੈ। ਸੋ ਇਹਦੀ ਇੰਟਰੋਡਕਸ਼ਨ ਬਣ ਜਾਏਗੀ ਇਨ ਦਿਸ ਮਾਡਰਨ ਐਰਾ the advancement of technology affects each and every individual's life। ਕਹਿੰਦੇ ਅੱਜ ਕੱਲ੍ਹ ਦੇ ਜੇ ਯੁੱਗ ਦੀ ਗੱਲ ਕਰੀਏ ਤਾਂ ਲੋਕਾਂ ਦਾ ਜਿਹੜਾ ਇੰਟਰਸਟ ਹੈ ਉਹ ਚੇਂਜ ਹੋ ਰਿਹਾ ਹੈ। A group of persons tend to believe that interest as well as hobbies are changed over time। ਕਹਿੰਦੇ ਗਰੁੱਪ ਆਫ ਪੀਪਲ ਦਾ ਮੰਨਣਾ ਹੈ ਕਿ ਅਕੋਰਡਿੰਗ ਟੂ ਟਾਈਮ ਚੇਂਜ ਹੋ ਜਾਂਦਾ ਇੰਟਰਸਟ ਅਤੇ ਹੌਬੀਜ਼ ਬਿਕੋਜ਼ ਹਿਊਮਨ ਬੀਂਗਸ ਵਾਂਟ ਟੂ ਇੰਜੋਏ ਦੇਅਰ ਲਾਈਵਜ਼। ਕਿਉਂਕਿ ਕਹਿੰਦੇ ਕੀ ਹੈ ਆਪਣੀ ਲਾਈਫ ਨੂੰ ਇੰਜੋਏ ਕਰਨਾ ਚਾਹੁੰਦੇ ਨੇ ਅਕੋਰਡਿੰਗ ਟੂ ਦੇਅਰ ਓਨ ਮੈਥਡ ਆਫ ਲਿਵਿੰਗ ਐਂਡ ਟਰੈਂਡਸ। ਆਈ ਕੁਆਇਟ QUITE ਕੁਆਇਟ ਵਰਡ ਬਹੁਤ ਵਧੀਆ ਹੈ। ਇਹ ਕੁਆਇਟ ਹੁੰਦਾ ਕਾਫੀ ਹੱਦ ਤੱਕ ਕਹਿੰਦੇ ਮੈਂ ਐਗਰੀ ਹਾਂ। I quite agree with the statement because there are several reasons for it. I will elaborate causes in the following paragraphs of this essay। ਸੋ ਕਹਿੰਦੇ ਮੈਂ ਇਸ ਨਾਲ ਕਾਫੀ ਹੱਦ ਤੱਕ ਐਗਰੀ ਹਾਂ। ਤਾਂ ਹੁਣ ਇਹਦੇ ਵਿੱਚ ਆਪਾਂ ਟੋਟਲ 5 ਪੈਰਾਗ੍ਰਾਫ ਬਣਾ ਦਾਂਗੇ ਜਿਸ ਦੇ ਵਿੱਚ 2 ਦੇ ਵਿੱਚ 70% ਹੋ ਜਾਏਗਾ ਕਿ ਅਸੀਂ ਐਗਰੀ ਹਾਂ ਔਰ ਦੂਸਰੀ ਸਾਈਡ ਵੀ ਆਪਾਂ 30% ਦੇ ਦਾਂਗੇ। ਸੋ ਫਸਟ ਹੁਣ BP1 ਦੇ ਵਿੱਚ ਆਪਾਂ ਲਿਖ ਦਾਂਗੇ the first and foremost reason is modern technology because nowadays miracles as well as more advanced is happening in the technology which attracts more and more people towards। ਅੱਜ ਕੱਲ੍ਹ ਦੇ ਜੇ ਟਾਈਮ ਦੀ ਗੱਲ ਕਰੀਏ ਟੈਕਨੋਲੋਜੀ ਦੇ ਨਾਲ ਕਹਿੰਦੇ ਬਹੁਤ ਜ਼ਿਆਦਾ ਚਮਤਕਾਰ ਹੋ ਰਹੇ ਨੇ। ਸੋ ਐਡਵਾਂਸ ਹੋ ਚੁੱਕਿਆ। ਸੋ ਇਹਦੇ ਨਾਲ ਬਹੁਤ ਜ਼ਿਆਦਾ ਲੋਕ ਕੀ ਨੇ ਅਟਰੈਕਟ ਹੋ ਰਹੇ ਨੇ ਮੋਰ ਐਂਡ ਮੋਰ ਪੀਪਲ ਟੂਵਰਡਸ, ਠੀਕ ਹੈ। ਐਜ਼ ਅ ਰਿਜ਼ਲਟ ਆਫ ਇਟ ਇਹਦਾ ਰਿਜ਼ਲਟ ਕੀ ਨਿਕਲ ਰਿਹਾ ਇਨ ਦ ਪ੍ਰੈਜ਼ੈਂਟ ਟਾਈਮ manpower has fully indulged in using electronic commodities and playing games online। ਜੋ manpower ਹੈ ਹਿਊਮਨ ਬੀਂਗਸ ਨੇ ਉਹ ਫੁੱਲੀ ਕਹਿੰਦੇ ਇੰਡਲਜ ਨੇ, ਇਨਵੋਲਵ ਨੇ ਇਲੈਕਟ੍ਰੋਨਿਕ ਕਮੋਡਿਟੀ ਯੂਜ਼ ਕਰਨ ਦੇ ਵਿੱਚ, ਗੇਮਸ ਖੇਡਣ ਦੇ ਵਿੱਚ। ਫੋਰ ਇੰਸਟੈਂਸ ਇਨ ਦਾ ਪਾਸਟ ਟਾਈਮ, ਜੇ ਪਾਸਟ ਟਾਈਮ ਦੀ ਗੱਲ ਕਰੀਏ children love to play indoor and outdoor games such as board games, collecting coins and stamps। ਪਰ ਜੇ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੰਟਰਸਟ ਕਿੱਦਾਂ ਸੀ, ਕਹਿੰਦੇ ਬੋਰਡ ਗੇਮਸ ਖੇਡਦੇ ਸੀਗੇ, ਕੋਇਨਸ ਵਗੈਰਾ ਕਲੈਕਟ ਕਰਦੇ ਸੀ। ਹਾਈਡ ਐਂਡ ਸੀਕ ਹੁੰਦਾ, ਆਪਾਂ ਲੁਕਣ ਛਿਪੀ ਕਹਿੰਦੇ ਹਾਂ ਜਿਸ ਨੂੰ, ਟਾਇਰ ਰੇਸਿੰਗ ਐਂਡ ਸੋ ਔਨ। ਸੋ ਇੱਦਾਂ ਦੀਆਂ ਐਕਟੀਵਿਟੀਜ਼ ਕਰਦੇ ਸੀ। ਇਨ ਦੀਜ਼ ਗੇਮਸ ਫਿਜ਼ੀਕਲ ਸਟਰੈਂਥ ਹੈਵ ਬਿਨ ਯੂਜ਼ਿੰਗ ਐਂਡ ਦੇਅਰ ਬੋਡੀ ਬਿਕੇਮ ਸਟਰੋਂਗ। ਇਸ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਕਹਿੰਦੇ ਉਹਨਾਂ ਦੀ ਫਿਜ਼ੀਕਲ ਸਟਰੈਂਥ ਲੱਗਦੀ ਸੀਗੀ ਅਤੇ ਉਹ ਕੀ ਰਹਿੰਦੀ ਸੀ, ਸਟਰੋਂਗ। ਡਿਊ ਟੂ ਦਿਸ ਦੇ ਲਿਵਡ ਇਨ ਦਾ ਪਿੰਕ ਆਫ ਦੇਅਰ ਹੈਲਥ।
ठीक है। सो कहते उन्होंने हैल्थ वाइज वो ज़्यादा की हो जाते सी स्ट्रोंग हो जाते सी। सैकेंड कॉज की है कहते फॉर दिस, सैकेंड कॉज हैगा मेन, द सैकेंड कॉज फॉर इट इज़ ग्लोबलाइजेशन। ग्लोबलाइजेशन हो रही है बिकॉज इन दिस प्रैजेंट वर्ल्ड ग्लोबलाइजेशन हैज़ बिन इंक्रीजिंग डे बाई डे। ग्लोबलाइजेशन बहुत बढ़ रहा है, ठीक है। सो अ प्लेथरा ऑफ पर्सनस माइग्रेट्स फ्रॉम वन कंट्री टू अनदर कंट्री फॉर वर्क और स्टडी। बहुत सारे लोग एक कंट्री तो दूजी कंट्री मूव हो रहे हैं वर्क के लिए, स्टडी के लिए। बाय दिस दे अडॉप्ट द कल्चर, इंटरस्ट, ट्रेंड एंड हॉबीज़ ऑफ देयर पीयर्स। सो कहते उत्थों का ही जिमें अपने हानियां का जिथे आते उत्थों लोग होंगे ने हम उम्र होंगे ने, पीयर्स होंगे ने हम उम्र, उन्हों का कहते जो कल्चर है, इंटरस्ट है, उसनों कहते की कर लेंगे ने, अडॉप्ट कर लेंगे ने। एज अ रिजल्ट ऑफ इट देयर इंटरस्ट एंड हॉबीज़ कुड बी चेंज। सो यदा रिजल्ट की होंगे अकॉर्डिंग टू टाइम उन्होंने इंटरस्ट और हॉबीज़ चेंज हो जाती ने। हुण आपां 30% तो दे देंगे, हाउएवर तो कह देंगे या ऑन द अदर हैंड कहते हाउएवर ऑन द अदर हैंड हुण आपां 30% दे देंगे। देयर आर सम अदर ह्यूमन बींग्स हू हैव इंजॉयड द सेम हॉबीज़ एंड इंटरस्ट एज दे डिड इन देयर पास टाइम। कहते कुछ लोग होंगे ने जो अपने इंटरस्ट के नाल स्टिक रहते, चेंज नहीं करते, उन्होंने टाइम नाल कोई फर्क नहीं पैंदा। सो जिमें कि कहते सच एज रीडिंग हो गया, योगिंग, जिमें कि सच एज रीडिंग, जॉगिंग, साइकलिंग एंड स्विमिंग, ठीक है। सो इदा दी एक्टिविटीज़ जिहड़े हैं कहते वो चेंज नहीं करते, दे कीप देयर इंटरस्ट रिमेन अंटिल नाउ, कहते वो सेम ही इंटरस्ट रखते हैं। सो देयर इज़ नो इफैक्ट ऑन सच पर्सन। सो कहते फ्यू पर्सन होंगे जिन्हों पर कोई इफैक्ट नहीं पैंदा। सो यही एक पॉइंट आप दूजी साइड का दसता। हुण आप इहदा कनक्लूजन दे देंगे। टू कनक्लूड कहते इट इज़ राइटली सैड दैट वैन इन रोम डू एज द रोमन्स डू। जिद्दां दा देश उद्दां दा भेस, जिद्दां दा आपां जिथे कहते रहांगे उद्दां दा अकॉर्डिंग आपां नूं चलना पैंदा, उस अकॉर्डिंग आपां नूं चेंज हो जाते हैं, ठीक है। सो दैट द ग्लोबलाइजेशन एज वैल एज मॉडर्न टैक्नोलॉजी आर रिस्पॉन्सिबल फॉर द चेंज्ड हॉबीज़ एंड इंटरस्ट ऑफ ह्यूमन बींग। सो मेनली कहते ग्लोबलाइजेशन है, टैक्नोलॉजी करके लोगों का इंटरस्ट की हो रहा है, चेंज हो रहा है। पीपल गो टू फॉरन कंट्रीज़ एंड एक्वायर द ट्रेडिशनस एंड कल्चर ऑफ एलियन कंट्रीज़। सो लोग जिमें कहते अजकल फॉरन कंट्रीज़ के जा रहे हैं तो वो उत्थों का कल्चर एक्वायर कर रहे हैं, ठीक है। सो इत्थे फ्रेज बिल्कुल सैट हो गया, जैसा देश वैसा भेस, ठीक है फ्रेंड्स। सो ये सी अज दा टॉपिक जो एग्जाम दे विच आया, ठीक है। ईजी टॉपिक सी, ठीक है। एग्री डिसएग्री ते सी, वट एक्सटेंट ते सी, बट ये ध्यान रखना जो भी वट एक्सटेंट ते हुंदा तो 70-30 तुसी लिखना हुंदा। ओके फ्रेंड्स, मैनू आस है कि तुहानू मेरी अज की क्लास वधिया लगी होगी। जो तुहानू मेरी अज की क्लास वधिया लगी लाइक ते कमेंट करके जरूर दस्सिओ। मिलते हैं जी नवीं वीडियो के नाल। बाय बाय, टेक केयर।